अवसर लज्जा रख ले सदना जन तोरा। जेता समुंद सागर नीर भरिया तेते अवगन हमारे। दया करो किछ मेरी उपाव डुबदे पत्थर तारे। सतनाम श्री वाहिगुरु साहिब जी। महला पहला। ना दादे देहंद आदमी ना सब्त जेर जिमी। अस्त एक दिगर कोई एक तुई एक तुई। ना दादे देहंद आदमी ना सब्त जेर जिमी। अस्त एक दिगर कोई एक तुई एक तुई। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। पातशाह जी की अपार किरपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਸ਼ਬਦ ਸਰਵਣ ਕਰ ਰਹੇ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਨ੍ਹਾਂ ਦੇ ਵਿੱਚ ਇੱਕ ਗੱਲ ਵਾਰ-ਵਾਰ ਆਉਂਦੀ ਹੈ, अस्त एक दिगर कोई एक तुई एक तुई। बस एक तू ही हमेशा रहन वाला है, बाकी सब खत्म होने वाले हैं। ये पवित्र वचन धन धन श्री गुरु नानक देव महाराज जी ने बाबा फरीद जी दे पैरोकार शेख ब्रह्म जो पाक पट्टन विच बाबे फरीद की गद्दी ते बैठे सन, उस वेले तीसरी जगह ते, और धन गुरु नानक देव जी का उन्हां दे कोल जाना होया, मिलाप होया, मिलना होया, तां उन्हां ने सतगुरु पातशाह जी नूं संसार की हालत बारे पुछया, संसार की की हालत है। तो धन गुरु नानक देव महाराज जी ने ये पवित्र वचन उचारे सन, जो कुल शब्द कुछ पदे आपां पिछले दिनी सरवण कीते। आओ अगले पदियां नाल जुड़ना करिए। उस तो पहला गुरु चरनां विच लवाइए हाजरियां। गुरु का बख्शिया फतेह का नारा करिए बुलंद। उपरंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। महला पहला। ना दादे देहंद आदमी ना सब्त जेर जिमी। हस्त एक दिगर कोई एक तुई एक तुई। न सूर सस मंडलो न सप्त दीप नह जलो। अन्न पाउण थिर न कोई एक तुई एक तुई।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸ਼ੇਖ ਬ੍ਰਹਮ ਜੀ, ਜਦੋਂ ਪਰਮੇਸ਼ਰ ਚਾਹੁੰਦਾ ਹੈ ਤਾਂ ਦੁਨੀਆ ਨੂੰ ਸਾਜ ਦਿੰਦਾ ਹੈ, ਔਰ ਜਦੋਂ ਚਾਹੁੰਦਾ ਹੈ ਤੇ ਸਭ ਕੁਝ ਲੈ ਕਰਕੇ ਆਪਣੇ ਵਿੱਚ ਮਿਲਾ ਲੈਂਦਾ ਹੈ। ਜਬ ਉਦ ਕਰਖ ਕਰੈ ਕਰਤਾਰਾ, ਪਰਜਾ ਧਰਤ ਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂੰ, ਤੁਮੈ ਮਿਲਤ ਦੇਹ ਧਰ ਸਭ ਹੂੰ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਸ਼ੇਖ ਬ੍ਰਹਮ ਜੀ, ਇੱਕ ਦਿਨ ਐਸਾ ਵੀ ਆਵੇਗਾ, ਮੈਂ ਜੋ ਦੇਖ ਰਿਹਾ, ਨਾ ਦਾਦੇ ਦਹੰਦ ਆਦਮੀ, ਨਾ ਇੱਥੇ ਦਾਨੀ ਰਹਿਣਗੇ, ਨਾ ਦਾਤਾਂ ਵੰਡਣ ਵਾਲੇ ਰਹਿਣਗੇ, ਨਾ ਦਾਤਾਂ ਲੈਣ ਵਾਲੇ ਰਹਿਣਗੇ। ਦਾਦੇ ਦਾਨੀ ਵੀ ਹੁੰਦੇ ਆ ਤੇ ਦਾਦੇ ਹੁੰਦੇ ਨੇ ਗੁਰੂ ਪਿਆਰੋ ਦੂਸਰਾ ਅਰਥ ਦਾਦ ਭਾਵ ਨਿਆਂ ਕਰਨ ਵਾਲੇ। ਨਾ ਇੱਥੇ ਨਿਆਂ ਕਰਨ ਵਾਲੇ ਰਹਿਣਗੇ, ਨਾ ਕੁਨਿਆਂ ਕਰਨ ਵਾਲੇ ਰਹਿਣਗੇ, ਨਾ ਲਿਆਂ ਲੈਣ ਵਾਲੇ ਰਹਿਣਗੇ, ਨਾ ਦੇਣ ਵਾਲੇ ਰਹਿਣਗੇ। ਇਹ ਸਭ ਖਤਮ ਹੋ ਜਾਣਗੇ ਦੁਨੀਆ ਦੇ ਵਿੱਚੋਂ। ਇਨਸਾਫ ਦੇਹੰਦ, ਇਨਸਾਫ ਦੇਣ ਵਾਲੇ ਭਾਵ ਧਰਮਰਾਜ ਵੀ ਨਹੀਂ ਰਹੇਗਾ, ਜਿਸ ਦੇ ਉੱਤੇ ਸਭ ਦੀ ਡਿਊਟੀ ਲਾਈ ਹੈ, ਸਭ ਦੇ ਉੱਤੇ ਜਿਸ ਧਰਮਰਾਜ ਦੀ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਕਹਿੰਦੇ ਉਹ ਧਰਮਰਾਜ ਵੀ ਖਤਮ ਹੋ ਜਾਣਾ। ਜਦ ਦੁਨੀਆ ਆਰੰਭ ਹੋਈ ਸੀ ਉਦੋਂ ਕੀ ਸੀ? ਸਭ ਤੋਂ ਪਹਿਲਾਂ ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ। ਇਕੱਲਾ ਹੀ ਬੈਠਾ ਸੀਗਾ। ਫਿਰ ਸੁਣੋ ਕੀਏ 10 ਅਵਤਾਰਾ। ਫਿਰ ਉਹ ਸੁਣ ਦੇ ਵਿੱਚੋਂ ਸ੍ਰਿਸ਼ਟੀ ਸਾਜਣੀ ਸ਼ੁਰੂ ਕਰ ਦਿੱਤੀ। ਆ ਬੰਦੇ ਦਾ ਵਜੂਦ ਕੋਈ ਨਹੀਂ ਸੀ। ਕੱਲ੍ਹ ਤੁਸੀਂ ਮਹਾਂਪੁਰਸ਼ਾਂ ਬਾਬਾ ਜੀ ਤੋਂ ਸਰਵਣ ਕਰ ਰਹੇ ਸੀ ਕਿ ਪਰਮੇਸ਼ਰ ਨੇ ਦੇਖੋ ਇੱਕ ਮਾਂ ਦਾ ਖੂਨ ਤੇ ਪਿਤਾ ਦੀ ਬਿੰਦ ਲੈ ਕੇ ਤੇ ਸਾਡੇ ਸਰੀਰ ਦੀ ਰਚਨਾ ਕੀਤੀ, ਔਰ ਫਿਰ ਇਹ ਸਰੀਰ ਦੇ ਵਿੱਚ ਆਤਮਾ ਨੂੰ ਆਪਣੀ ਅੰਸ਼ ਨੂੰ ਬਿਠਾਉਣਾ ਕੀਤਾ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਰਮੇਸ਼ਰ ਤੋਂ ਹਵਾ ਪੈਦਾ ਹੋਈ। ਆ ਜਿਵੇਂ ਤੁਸੀਂ ਜਦੋਂ ਬੋਲਦੇ ਹੋ ਤੁਹਾਡੇ ਮੂੰਹ 'ਚੋਂ ਹਵਾ ਨਿਕਲਦੀ ਆ, ਪਰ ਸਭ ਤੋਂ ਪਹਿਲਾਂ ਇਹ ਹਵਾ ਪਰਮੇਸ਼ਰ ਨੇ ਤਿਆਰ ਕੀਤੀ, ਉਹ ਤੋਂ ਪ੍ਰਗਟ ਹੋਈ। ਔਰ ਫਿਰ ਉਹ ਹਵਾ ਠੰਡੀ ਹੋ ਕੇ ਪਾਣੀ ਬਣਿਆ ਤੇ ਪਾਣੀ ਤੋਂ ਅਸੀਂ ਸਾਰੇ ਬਣੇ। ਪਹਿਲਾ ਪਾਣੀ ਜੀਓ ਹੈ, ਪਹਿਲਾ ਪਾਣੀ ਵੀ ਜੀਵ ਆਇਆ, ਭਾਵ ਆਤਮਾ ਜੀਓ ਉਹਦੇ ਵਿੱਚ ਆਇਆ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਆਪਾਂ ਨੰਬਰ 1 ਤੇ ਹਵਾ ਵਰਤਦੇ ਹਾਂ, ਸਵਾਸ ਬਿਨਾਂ ਨਹੀਂ ਸਰਦਾ। ਨੰਬਰ 2 ਤੇ ਪਾਣੀ ਦੀ ਜ਼ਰੂਰਤ ਹੈ। ਹਜੇ ਪ੍ਰਸ਼ਾਦੇ ਬਿਨਾਂ 2 ਦਿਨ ਡੰਗ ਲਾ ਵੀ ਸਕਦੇ ਹਾਂ, ਪਰ ਹਵਾ ਤੇ ਪਾਣੀ ਬਿਨਾਂ ਨਹੀਂ ਸਰਦਾ। ਤਾਂ ਤੇ ਪਹਿਲਾ ਪਾਣੀ ਜੀਓ ਹੈ। ਹਵਾ ਤੋਂ ਬਾਅਦ ਪਾਣੀ ਬਣਿਆ। ਪਾਣੀ ਦੇ ਵਿੱਚ ਪ੍ਰਮਾਤਮਾ ਨੇ ਆਪਣੀ ਅੰਸ਼ ਰੱਖੀ। ਉਸ ਪਾਣੀ ਨੇ ਸਾਨੂੰ ਸਭ ਨੂੰ ਹਰਿਆ ਭਰਿਆ ਕੀਤਾ। ਨਰ ਹਰ, ਉਹ ਨਰੀਆਂ ਦਾ, ਨਰਾਂ ਭਾਵ ਮਨੁੱਖਾਂ ਦਾ, ਜੀਵਾਂ ਦਾ ਜਿਹੜਾ ਮਾਲਕ ਹਰੀ ਹੈ, ਉਹ ਹਰਨ ਵਾਲਾ ਭਾਵ ਇਹਨੂੰ ਹਰਿਆ ਭਰਾ ਕਰਨ ਵਾਲਾ ਵੀ ਹੈ, ਤੇ ਹਰ ਲੈਣ ਵਾਲਾ ਭਾਵ ਖਤਮ ਕਰਨ ਵਾਲਾ ਵੀ ਉਹ ਹੈ। ਇੱਕੋ ਹਰੀ ਦੇ ਬਹੁਤ ਅਰਥ ਬਣਦੇ ਆ। ਹਰੀ ਦਾ ਅਰਥ ਬਾਂਦਰ ਵੀ ਹੈ, ਹਰੀ ਦਾ ਅਰਥ ਪਰਮੇਸ਼ਰ ਵੀ ਹੈ, ਹਰੀ ਦਾ ਅਰਥ ਹਰ ਲੈਣਾ ਵੀ ਹੈ, ਹਰੀ ਦਾ ਅਰਥ ਹਰਿਆ ਭਰਿਆ ਕਰ ਦੇਣਾ ਵੀ ਹੈ, ਬਣਾ ਦੇਣਾ ਵੀ ਹੈ। ਖੈਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸ਼ੇਖ ਬ੍ਰਹਮ ਜੀ, ਨਾ ਇੱਥੇ ਨਿਆਂ ਕਰਨ ਵਾਲੇ ਧਰਮਰਾਜ ਵਰਗੇ ਰਹਿਣਗੇ, ਔਰ ਨਾ ਹੀ ਦਾਦੇ ਦੇਹੰਦ ਆਦਮੀ, ਨਾ ਸਬਤ ਜੇ ਜਿਮੀ, ਜਿਹੜੇ ਧਰਤੀ ਹੇਠਾਂ 7 ਪਤਾਲ ਮੰਨੇ ਗਏ ਹੈ, ਨਾ ਉਹ ਰਹਿਣਗੇ, ਉਹ ਵੀ ਖਤਮ ਹੋ ਜਾਣਗੇ। ਅਥਵਾ ਪਰਮੇਸ਼ਰ ਤੋਂ ਬਗੈਰ ਕੋਈ ਨਹੀਂ ਰਹੇਗਾ। ਆਦਮੀ, ਮਨੁੱਖ, ਦੇਵਤੇ, ਇਹ ਸਭ ਖਤਮ ਹੋ ਜਾਣਗੇ। ਨਾ ਫਰਿਆਦਾਂ ਕਰਨ ਵਾਲੇ, ਨਾ ਫਰਿਆਦਾਂ ਸੁਣਨ ਵਾਲੇ, ਕੋਈ ਮਨੁੱਖ ਨਹੀਂ ਰਹੇਗਾ। 7 ਲੋਕਾਂ ਦੇ ਹੇਠਾਂ, ਜ਼ਮੀਨ ਦੇ ਥੱਲੇ 7 ਪਤਾਲਾਂ ਵਿੱਚ ਵੀ ਕੋਈ ਜੀਵ ਨਹੀਂ ਰਹੇਗਾ। ਅਸਤ ਏਕ ਦਿਗਰ ਕੋਈ, ਬਸ ਇੱਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ, ਉਹ ਹੀ ਰਹੇਗਾ। ਇੱਕ ਤੁਈ, ਇੱਕ ਤੁਈ,
ਵਾਰ ਵਾਰ ਇਹ ਰਹਾਉ ਦੀ ਪੰਕਤੀ ਉਚਾਰੀ ਹੈ ਕਿ ਇੱਥੇ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਰਹਿਣ ਵਾਲਾ ਹੈ, ਹੋਰ ਸਭ ਖਤਮ ਹੋਣ ਵਾਲੇ ਹਨ। और दूसरा मतलब कि तू आप ही जीव हैं ते आप ही परमेश्वर हैं। भाव उस एक ने अनेका रूप धारे हुए आ, एक है अनेक है, अनेक है फिर एक है। वो आप ही परमेश्वर जीव बनिया ते जीव बन के अपनी रचना रची, खेडा बनाईया, फिर आप ही खेडा नूं ढा के कला हो जाता है। कबीर साहब भी अपनी तित्थां वारां विच कहंदे सातै सत कर बाचा जान आत्मा राम लेहो प्रवान। आपां जिहड़े सारे ओहदियां ही चेतना हाँ, ओहदी आत्मा हाँ। परमेश्वर ने अपने आप दे अनेकां रूप करके ते एक खेड रची है, और ये खेड धन गुरु नानक देव ने जोगियां नूं विखाई। जोगियां ने लुकण मिची खेडी बाबे नानक नाल। उहनां नूं हंकार सीगा भी साडे कोले बड़ियां रिद्धियां सिद्धियां, असीं गुरु नानक नूं किवें ना किवें हरा के अपना चेला बनाईए। जे नानक दे कंन विच साडीआं मुंदरां पै जाण ते आउण वाले समय विच साडे गोरखनाथ दा नाम वड्डा होवेगा। बई गुरु नानक गोरखनाथ दा चेला सीगा, बड़ा तकड़ा ज्ञानी सी। कहो सतनाम। मकसद इन्ना ही सी उन्हां दा बई साडे धर्म दा बोलबाला होर भी वध जावेगा। पर गुरु नानक पातशाह जी ने ना हिंदू धर्म ग्रहण कीता, ना जोगियां दा धर्म ग्रहण किया, ना किसी मुसलमाना दा। वो तो खुद परमेश्वर, वो तो सारियां दी है, फिर एक दे विच किवें फस के रह जाण। कहंदे चंगा सना लुकण मीची खेडो, असीं सोनू लभांगे ते सानू लभो। कहण लगे ठीक आ। पर बाबा नानक जी कहंदे जाण तो पहला मैं लुकदा, जे मैं ना लभ्या तुहानू फिर की करोगे पता? कहंदे नहीं। कहते आ बाले होरां कोले ना 1 रुपया धर के धरती ते मत्था टेक के कह दो साडी भ्यां, जिवें बच्चे कहते हुंदे आ खेडण लगे, बई असीं हार गए, तुसीं आपे ही आ जाओ। कहंदे ठीक आ। धन गुरु नानक देव जी ने की कीता, अपने शरीर दे 5 तत्त अड्डो अड्ड करते और आत्मा नूं बाहर कढ लिया। पवने में पवन समाया, ज्योति में ज्योत रह जाया, माटी माटी होई एक। हुण जोगियां ने सिरे दा जोर ला लिया, आडी चोटी दा, सिर तो पैरां तक जोर ला लिया, पर उन्हां नूं गुरु नानक ना पानी चों लभ्या, ना पहाड़ां चों लभ्या, ना आकाशां चों लभ्या, ना धरती चों लभ्या। 5 तत्त इकट्ठे होण तां गुरु नानक लभे, उहने 5 तत्त ही खंडियाते। अखीर भाई बाला जी होरां नूं साथियां मरदाना जी होरां नूं कहने भी असीं हार गए। कहने हार गए तो हार मान लो, इत्थे रखो 1 टका ते धरती ते मत्था टेक के कहो भी असीं हार गए, साडी भ्यां। जोगियां ने जदों ही कहा भी साडी भ्यां महाराज असीं हार गए, आपे आ जाओ। जद हजे मत्था टेक के सिर ताहां चक्किया ते बाबा नानक कोठी चौकड़ा मार के बैठा। कहो सतनाम। हैरान हो गए यार, हैं कहने हुण असीं लुकदे तुसीं लभो। हुण उन्हां नूं 5 तत्त खंडियाउणे नहीं सी आउंदे, पर रिद्धियां सिद्धियां नाल कोई पानी च लुकिया, कोई पहाड़ां च लुकिया, कोई आकाशां नूं चढ़ गया। हुण जिन्ने जोगी सी 10-15 बाबे नानक ने 10-15 रूप धार लए। कहो सतनाम श्री। 10-15 शरीर धारण करके जिथे जिथे बैठे सी उन्हां नूं खिच के भाई बाला जी होरां कोल लिआंदा, ते ओह तुरे आउंदे आएँ लगदे न जिवें किसी ने उन्हां नूं मुੱਛਾਂ तो फड़ के खिंचिया होवे। डिगदे ते तुरे आउंदे, डिगदे जे मूँह नूं डिगदे जे, क्योंकि सतगुरु पातशाह ने उन्ने रूप धार के उन्हां नूं जिथे लुके सी लभ लिआंदा। इस करके गुरु नानक पातशाह खुद परमेश्वर ही हन। दुनिया विच आके उन्होंने आपदा वो रूप भी दिखाया, आप नरैन कला धार जग में परवरे। तो इस करके अज वो अनेकां रूप दे विच विचर रहा है, सृष्टि का रूप धार के। धन गुरु नानक गुरु गोबिंद सिंह महाराज जी कहते हैं कि बंग के बंगाली हैं कि दिल्ली के दिलवाली हैं, सब तेरी आज्ञा में चलता है। क्योंकि डंडा तो हुक्म तो उसे का चलता है। ये सारे जीव असी पुतले हाँ, शरीर पुतले हैं, विच आत्मा उहदी रखी है, तो इन्हां नूं चलाउंदा है हुक्मी हुक्म चलाए राहो। अंग्रेजी कह दो डायरैक्टर, जिवें फिल्मां दा डायरैक्टर हुंदा है ना, फिल्म दे जिन्ने एक्टर है
ਜਿਵੇਂ ਡਾਇਰੈਕਟਰ ਨੇ ਫਿਲਮ ਲਿਖੀ ਹੈ ਉਹਦੇ ਮੁਤਾਬਕ ਹੀ ਉਹਨਾਂ ਨੂੰ ਮਰਨਾ ਪੈਂਦਾ, ਉਹਦੇ ਮੁਤਾਬਕ ਹੀ ਕੰਮ ਕਰਨਾ ਪੈਂਦਾ। ਉਹ ਜਿਉਂਦੇ ਮਰ ਜਾਂਦੇ ਆ ਨਾ, ਝੂਠੇ ਮਰਦੇ ਆ ਮਤਲਬ, ਪਰ ਉਹਨਾਂ ਨੂੰ ਫਿਲਮ ਦੀ ਗੱਲ ਪੂਰੀ ਕਰਨੀ ਪੈਂਦੀ ਹੈ, ਭਾਵੇਂ ਕਿ ਉਹ ਹਲੇ ਜਿਉਂਦੇ ਹੁੰਦੇ ਆ ਪਰ ਡਿੱਗ ਪੈਂਦੇ ਆ। ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਸੱਚੀ ਗੱਲ ਹੈ, ਇਹ ਉਹਦੀ ਸੱਚੀ ਫਿਲਮ ਹੈ। ਅਸੀਂ ਸਾਰੇ ਐਕਟਿੰਗ ਕਰਦੇ ਹਾਂ, ਸਾਥੋਂ ਐਕਟਿੰਗ ਕਰਾ ਕੇ ਜਦੋਂ ਸਾਡਾ ਰੋਲ ਪੂਰਾ ਹੋ ਜਾਂਦਾ ਸਾਨੂੰ ਮਾਰ ਦਿੰਦਾ, ਫਿਰ ਨਵੇਂ ਪੈਦਾ ਕਰ ਲੈਂਦਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ, ਸ਼ੇਖ ਬ੍ਰਹਮ ਜੀ ਕੋਈ ਨਹੀਂ ਰਹਿਣਾ, ਨਾ ਸੋਰ ਸੱਸ ਮੰਡਲੋ ਮਹੱਲਾ ਪਹਿਲਾ। ਅਗਲਾ ਪਦਾ ਮਹੱਲਾ ਪਹਿਲਾ, ਨਾ ਸੋਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ। ਤੇ ਖਤਮ ਕਿਵੇਂ ਕਰੂਗਾ ਭਲਾ? ਕੋਈ ਸਪੈਸ਼ਲ ਤਿਉਹਾਰ ਚੱਕੂਗਾ? ਨਹੀਂ, ਆ ਰੂਸ ਨੂੰ ਚੁਕਾ ਹੀ ਦਿੱਤੇ ਨਾ। ਜਿੱਥੇ ਗੁਰੂ ਪਿਆਰੋ ਇੰਨਾ ਬਰੂਦ ਬੰਬ ਗੋਲਾ ਵਰ ਗਿਆ, ਉੱਥੇ ਧਰਤੀ ਦਾ ਸਾਰਾ ਬੀਜ ਖਤਮ ਹੋ ਗਿਆ, ਅਨਾਜ ਖਤਮ ਹੋ ਗਿਆ, ਉੱਥੇ ਕਈ ਸਾਲ ਫਿਰ ਫਸਲ ਨਹੀਂ ਹੁੰਦੀ। ਹੁਣ ਕਹੋ ਸਤਨਾਮ ਸ੍ਰੀ। ਅਨਾਜ ਦੇ ਬੀਜ ਵੀ ਖਤਮ ਹੋ ਜਾਣਗੇ, ਔਰ ਜਿਹੜਾ ਪਾਣੀ ਹੈ ਇਹ ਵੀ ਉੱਡ ਜਾਵੇਗਾ, ਹਵਾ ਵੀ ਖਤਮ ਹੋ ਜਾਵੇਗੀ ਜਿਸ ਦੇ ਨਾਲ ਜੀਵ ਚੱਲਦੇ ਆ। ਤੇ ਜੇ ਕਹਿੰਦੇ ਜੰਗ ਕਿਤੇ ਵੱਡੀ ਲੱਗ ਜਾਂਦੀ ਹੈ, ਤੇ ਜਿਹੜਾ ਉਹਨਾਂ ਨੇ ਵੱਡਾ ਬੰਬ ਪਰਮਾਣੂ ਬੰਬ ਬਣਾਇਆ ਹੈ, ਤੇ ਪਰਮਾਣੂ ਬੰਬ ਇਸ ਤਰ੍ਹਾਂ ਜੀਵਾਂ ਨੂੰ ਖਤਮ ਕਰ ਦੇਵੇਗਾ ਕਿ ਇਹਨਾਂ ਨੂੰ ਸਵਾਸ ਹੀ ਨਹੀਂ ਮਿਲਣਾ, ਤੇ ਸਵਾਸ ਹਵਾ 'ਚੋਂ ਮਿਲਣਾ, ਉਹਨੇ ਹਵਾ ਹੀ ਖਤਮ ਕਰ ਦੇਣੀ ਹੈ। ਤੇ ਆਪਾਂ ਹੁਣ ਲਾਂਭਾ ਦਈਏ ਵੀ ਰੂਸ ਨੇ ਕੀਤਾ, ਯੂਕਰੇਨ ਨੇ ਕੀਤਾ, ਜਾਂ ਅਮਰੀਕਾ ਨੇ ਕੀਤਾ, ਅਸਲ ਦੇ ਵਿੱਚ ਪਰਮੇਸ਼ਰ ਹੀ ਕਰ ਰਿਹਾ। ਕਹੋ ਸਤਨਾਮ। ਉਹਦੇ ਹੁਕਮ ਤੋਂ ਬਿਨਾਂ ਤਾਂ ਪਤਾ ਨਹੀਂ ਹੱਲਦਾ। ਕਦੇ ਛੋਟੀ ਪਰਲੋਂ ਆਉਂਦੀ ਹੈ, ਕਦੇ ਵੱਡੀ ਪਰਲੋਂ ਆਉਂਦੀ ਹੈ। ਵੱਡੀ ਪਰਲੋਂ ਦੇ ਵਿੱਚ ਸਾਰੀ ਦੁਨੀਆ ਖਤਮ ਹੋ ਜਾਂਦੀ ਹੈ, ਛੋਟੀ ਪਰਲੇ ਵਿੱਚੋਂ ਕਿਤੇ ਕਿਤੇ ਖਤਮ ਹੁੰਦੇ ਆ, ਕਿਤੇ ਨਵੇਂ ਪੈਦਾ ਹੋ ਜਾਂਦੇ ਆ। ਤੋ ਮੇਰੇ ਪ੍ਰੀਤਮ ਜੀ ਕਹਿੰਦੇ ਸ਼ੇਖ ਬ੍ਰਹਮ ਜੀ ਨੂੰ, ਨਾ ਸੂਰ ਸੱਸ ਮੰਡਲੋ ਨਾ ਸਪ ਦੀਪ ਨਹਿ ਜਲੋ, ਨਾ ਸੱਤ ਦੀਪ ਰਹਿਣੇ ਆ, ਭਾਵ ਜਿਹੜੇ ਸਮੁੰਦਰਾਂ ਦੇ ਵਿਚਾਲੇ ਵਸੇ ਹੋਏ ਇਲਾਕੇ ਆ, ਉਹਨਾਂ ਨੂੰ ਅਸੀਂ ਦੀਪ ਕਹਿੰਦੇ ਆ, ਦੀਪ ਸਮੂਹ। ਅੰਡੇਮਾਨ ਨਿਕੋਬਾਰ ਦੀਪ ਸਮੂਹ, ਉਹ ਦੀਪਾਂ ਦਾ ਜਿਹੜਾ ਸਮੂਹ ਹੈ, 17 ਦੀਪ, 7 ਪਤਾਲ, ਇਹ ਸਭ ਕੁਝ ਪਾਤਸ਼ਾਹ ਜੀ ਕਹਿੰਦੇ ਖਤਮ ਹੋ ਜਾਣੇ। ਅੰਨ ਪਾਉਣ ਥਿਰ ਨਾ ਕੋਈ, ਜੀਵਾਂ ਨੂੰ ਅਨਾਜ ਵੀ ਨਹੀਂ ਮਿਲਣਾ। ਵੈਸੇ ਦੇਣ ਵਾਲਾ ਵੀ ਉਹ ਹੈ, ਪਹਿਲੋਂ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਪਹਿਲਾਂ ਉਸ ਨੇ ਜੀਵਾਂ ਨੂੰ ਪੈਦਾ ਕੀਤਾ, ਜੀਵਾਂ ਨੂੰ ਪਹਿਲਾਂ ਕਰਨ ਤੋਂ ਪਹਿਲਾਂ ਉਹਨਾਂ ਦੇ ਖਾਣ ਪੀਣ ਦਾ ਅਰੇਂਜਮੈਂਟ ਕੀਤਾ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਕੋਲੇ ਦੁੱਧ ਭੇਜਤਾ। ਕਹੋ ਸਤਨਾਮ ਸ੍ਰੀ। ਬੱਚੇ ਦੇ ਦੰਦ ਨਹੀਂ ਹੈ ਤੇ ਜਨਮ ਲੈਂਦੇ ਆ, ਇਹਨੂੰ ਭੁੱਖ ਲੱਗਣੀ ਆ, ਤੇ ਮਾਂ ਦੇ ਖੂਨ ਤੋਂ ਹੀ ਦੁੱਧ ਬਣਾ ਦਿੱਤਾ। ਕੈਸੀ ਪਰਮੇਸ਼ਰ ਦੀ ਰਚਨਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਸਿੱਧੋ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਬੜਾ ਅਨੋਖਾ ਹੈ। ਅੰਨ ਪਾਉਣ ਥਿਰ ਨਾ ਕੋਈ, ਨਾ ਇੱਥੇ ਅਨਾਜ ਰਹਿਣਾ ਹੈ, ਧਰਤੀ ਦੇ ਉੱਤੇ ਨਾ ਹਵਾ ਰਹਿਣੀ ਆ, ਕੋਈ ਚੀਜ਼ ਸਥਿਰ ਨਹੀਂ ਰਹੇਗੀ। ਹੇ ਪਰਮੇਸ਼ਰ, ਪਹਿਲਾਂ ਵੀ ਤੂੰ ਸੀ, ਏਕ ਤੂੰ ਹੀ, ਪਹਿਲਾਂ ਵੀ ਤੂੰ ਸੀ ਤੇ ਅੱਗੇ ਵੀ ਤੂੰ ਹੀ ਰਹਿਣ ਵਾਲਾ ਹੈ। ਨਾ ਰਿਜ਼ਕ ਦਸਤੇ ਆ ਕਸੇ, ਐਸਾ ਕੋਈ ਪੁਰਖ ਨਹੀਂ ਹੈ ਜਿਸ ਦੇ ਹੱਥਾਂ ਵਿੱਚ ਰਿਜ਼ਕ ਰਹਿ ਜਾਵੇ। ਕੋਈ ਹੋਰ ਰਿਜ਼ਕ ਦੇਣ ਵਾਲਾ ਨਹੀਂ ਹੈ, ਰੋਜੀ ਦੇਣ ਵਾਲਾ ਨਹੀਂ ਹੈ। ਤੂੰ ਹੀ ਜੀਵਾਂ ਨੂੰ ਰੋਜੀ ਦੇਣ ਵਾਲਾ ਹੈ, ਕਿਸੇ ਦੇ ਹੱਥ ਵਿੱਚ ਨਹੀਂ ਹੈ ਕਿਸੇ ਨੂੰ ਰੋਜੀ ਦੇਣੀ। ਕੇਵਲ ਤੇ ਕੇਵਲ ਪਰਮੇਸ਼ਰ ਹੀ ਸਭ ਨੂੰ ਰੋਜੀ ਦਿੰਦਾ। ਪਹਿਲੋ ਦੇਤਾ ਜੰਤੋ ਪਾਹਾ, ਪਹਿਲੋ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਅਨੋਖਾ ਹੈ, ਉਸ ਦੀ ਸਿਫਤ ਦੱਸਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਨਾ ਰਿਜ਼ਕ ਦਸਤ ਆ ਕਸੇ, ਦਸਤ ਹੱਥ, ਕਿਸੇ ਦੇ ਹੱਥ ਵਿੱਚ ਨਹੀਂ ਕਿਸੇ ਨੂੰ ਰੋਟੀ ਦੇਣਾ ਰੋਜੀ ਦੇਣਾ। ਇਹ ਬਹਾਨੇ ਬਣਾਏ ਆ, ਕੋਈ ਕਿਸੇ ਦੇ ਮੁਥਾਜਤਾ, ਕੋਈ ਕਿਸੇ ਦੇ ਮੁਥਾਜ ਹੈ। ਅਸਲ ਵਿੱਚ ਇਹ ਬਹਾਨੇ ਬਣਾਏ ਆ, ਕੋਈ ਕਿਸੇ ਦਾ ਮੁਲਾਜ਼ਮ ਹੈ, ਕੋਈ ਕਿਸੇ ਦਾ ਮੁਲਾਜ਼ਮ ਹੈ। ਇਸ ਤਰ੍ਹਾਂ ਕਿਸੇ ਨੂੰ ਕਿਸੇ ਰਾਹੀਂ, ਕਿਸੇ ਨੂੰ ਕਿਸੇ ਰਾਹੀਂ ਉਹ ਰੋਜੀ ਭੇਜਦਾ, ਕਿਉਂਕਿ ਇਹ ਸਾਰੀ ਸ੍ਰਿਸ਼ਟੀ ਉਸੇ ਨੇ ਸਾਜੀ ਆ। ਬਹਾਨੇ ਬਣਾਏ ਆ, ਪਰ ਦੇਣ ਵਾਲਾ ਪਰਮੇਸ਼ਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਐਸਾ ਹੈ ਜੋ ਸਭ ਨੂੰ ਰਿਜ਼ਕ ਦੇਣ ਵਾਲਾ ਹੈ।
ਨਾ ਰਿਜ਼ਕ ਦਸਤ ਆ ਕਸੇ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ। ਹਮਾਰਾ ਇੱਕ ਆਸ ਵਸੇ, ਇਸ ਕਰਕੇ ਮੈਨੂੰ ਕੇਵਲ ਤੇ ਕੇਵਲ ਤੇਰੇ ਤੇ ਆਸ ਹੈ, ਹੋਰ ਕਿਸੇ ਤੇ ਨਹੀਂ। ਹਮਾਰਾ ਮੈਨੂੰ ਕੇਵਲ ਤੁਹਾਡੇ ਤੇ ਹੀ ਆਸ ਹੈ। ਹਮਾ ਸਾਨੂੰ ਤਮਾਮ ਜੀਵਾਂ ਨੂੰ ਰਾ ਹੀ ਰਾਏ ਮਾਲਕ, ਇੱਕ ਤੂੰ ਹੀ ਸਭ ਦਾ ਮਾਲਕ ਵਾਹਿਗੁਰੂ ਹੈ। ਬਹੁਤੀ ਆਸ ਤੇਰੇ ਤੇ ਹੀ ਹੈ। ਤਮਾਮ ਜੀਵ ਪਰਮੇਸ਼ਰ ਦੇ ਆਸਰੇ ਹੀ ਵਸਦੇ ਹਨ। ਤੇ ਜਦੋਂ ਉਹ ਚਾਹੁੰਦਾ ਦੁਨੀਆ ਸਾਜ ਦਿੰਦਾ, ਜਾਵੇ ਉਦ ਕਰਖ ਕਰੈ ਕਰਤਾਰਾ, ਪਰਜਾ ਧਰਤ ਤਬ ਦੇਹ ਅਪਾਰਾ। ਜਾਵੇ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭੂੰ। ਸਰੀਰਾਂ ਨੂੰ ਛੱਡ ਕੇ ਜੀਵ ਉਹਦੇ ਵਿੱਚ ਜਾ ਮਿਲਦੇ, ਫਿਰ ਇੱਕ ਹੋ ਜਾਂਦਾ। ਜਿਵੇਂ ਪਾਰਾ ਹੁੰਦਾ ਨਾ, ਪਾਰਾ ਤੁਸੀਂ ਪਾਰਾ ਲੈ ਕੇ ਥੋੜ੍ਹੀ ਜਿਹੀ ਉਚਾਈ ਤੋਂ ਧਰਤੀ 'ਤੇ ਸਿੱਟਿਓ ਅਤੇ ਉਹ ਪਾਰੇ ਦੇ ਕਈ ਟੋਟੇ ਹੋ ਜਾਣਗੇ ਅਤੇ ਆਪਾਂ ਦੇਖਾਂਗੇ ਪਾਰੇ ਦੇ ਕਿੰਨੇ ਟੋਟੇ ਹੋ ਗਏ। ਫਿਰ ਤੁਸੀਂ ਬੋਝ ਕੇ ਉਹ ਸਾਰੇ ਟੋਟੇ ਇਕੱਠੇ ਕਰ ਦਿਓ ਅਤੇ ਤੁਸੀਂ ਹੈਰਾਨ ਹੋ ਜਾਓਗੇ, ਉਹ ਅਲੱਗ-ਅਲੱਗ ਨਹੀਂ ਰਹਿਣਗੇ, ਉਹ ਫਿਰ ਇੱਕ ਹੋ ਜਾਊਗਾ। ਕਹੋ ਸਤਿਨਾਮ। ਐਸਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ, ਜਿਸੇ ਸੋਨੇ ਦੇ ਅਨੇਕਾਂ ਹੀ ਟੋਟੇ ਹੋ ਗਏ, ਸਾਰੇ ਹੀ ਸੋਨਾ ਹੈ। ਇੱਕ ਰੱਤੀ ਵੀ ਸੋਨਾ ਹੈ, ਆਨਾ ਵੀ ਸੋਨਾ ਹੈ, ਚਵਾਨੀ ਵੀ ਸੋਨਾ ਹੈ, ਅੱਧਾ ਤੋਲਾ ਵੀ ਸੋਨਾ, ਤੇ ਤੋਲਾ ਵੀ ਸੋਨਾ, ਤੇ ਕਿਲੋ ਵੀ ਸੋਨਾ, ਤੇ ਮਨ ਪੱਕਾ ਵੀ ਸੋਨਾ, ਤੇ ਇੱਕ ਪਹਾੜ ਵੀ ਸੋਨਾ ਹੀ ਆ। ਕਹੋ ਸਤਿਨਾਮ ਸ੍ਰੀ। ਜੇ ਬਹੁਤੇ ਟੋਟੇ ਹੋ ਗਏ ਤੇ ਸੋਨਾ ਬਹੁ ਬਚਨ ਨਹੀਂ ਹੁੰਦਾ, ਉਹ ਇੱਕ ਬਚਨ ਹੀ ਰਹਿੰਦਾ। ਇਸੇ ਤਰ੍ਹਾਂ ਪਰਮੇਸ਼ਰ ਇੰਨੀ ਸ੍ਰਿਸ਼ਟੀ ਵਿੱਚ ਹੋ ਕੇ ਵੀ ਇੱਕ ਬਚਨ ਹੈ। ਇੱਕ ਤੂੰ ਹੀ, ਇੱਕ ਤੂੰ ਹੀ, ਇੱਕ ਤੂੰ ਹੀ ਸਦਾ ਰਹਿਣ ਵਾਲਾ ਹੈ। ਕੋਈ ਕਿਸੇ ਨੂੰ ਰੋਜੀ ਦੇਣ ਵਾਲਾ ਨਹੀਂ। ਉਹ ਬੰਦਾ ਤਾਂ ਕਹਿੰਦਾ ਮੈਂ ਜੋੜ ਲਾਂ, ਮੇਰੇ ਬੱਚੇ ਨਾ ਭੁੱਖੇ ਮਰ ਜਾਣ। ਭਲਿਓ ਮੈਨੂੰ ਐਂ ਦੱਸੋ, ਮਹੱਲਾ ਪਹਿਲਾ, ਪਰੰਦੇ ਨਾ ਗਿਰਾਹਾ ਜਰ। ਪਰਿੰਦਾ ਪੰਛੀ, ਪੰਛੀਆਂ ਨੇ ਕਿਹੜੀਆਂ ਜੇਬਾਂ ਹੈ, ਉਹਨਾਂ ਨੇ ਕਿਹੜੇ ਖਜ਼ਾਨੇ ਇਕੱਠੇ ਕਰਕੇ ਰੱਖੇ ਹੋਏ ਹੈ, ਉਹਨਾਂ ਦੇ ਕੋਲੇ ਕਿਹੜਾ ਸੋਨਾ ਚਾਂਦੀ ਹੈ, ਕਿਹੜੇ ਨੋਟ ਚੱਲਦੇ ਆ ਉਹਨਾਂ ਦੇ। ਪਰੰਦੇ ਨਾ ਗਿਰਾਹਾ ਜਰ, ਪੰਛੀਆਂ ਦੇ ਕੋਈ ਗੰਢ ਪੱਲੇ ਨਹੀਂ ਹੁੰਦੀ, ਕੋਈ ਉਹਨਾਂ ਦੀ ਜੇਬ ਨਹੀਂ ਲੱਗੀ ਹੋਈ ਸਰੀਰ 'ਤੇ। ਜਰ ਸੋਨਾ ਚਾਂਦੀ ਮਾਇਆ ਉਹ ਇਕੱਠੀ ਕਰਕੇ ਨਹੀਂ ਰੱਖਦੇ, ਜਿਸ ਨੂੰ ਖਰਚ ਕਰਕੇ ਉਹ ਪੇਟ ਦਾ ਗੁਜ਼ਾਰਾ ਚਲਾਉਣ। ਉਹਨਾਂ ਨੂੰ ਕੋਈ ਕੱਲ੍ਹ ਦਾ ਫਿਕਰ ਨਹੀਂ ਹੈ। ਇੱਕ ਬੰਦੇ ਨੂੰ ਬਹੁਤਾ ਫਿਕਰ ਪਿਆ ਹੋਇਆ। ਕੋਈ ਸਤਿਨਾਮ ਸੀ। ਉਹਨਾਂ ਨੂੰ ਕੋਈ ਫਿਕਰ ਨਹੀਂ, ਉਹਨਾਂ ਨੂੰ ਪਰਮੇਸ਼ਰ ਦੇ ਭਰੋਸਾ ਹੈ। ਬੰਦੇ ਦਾ ਭਰੋਸਾ ਟੁੱਟ ਗਿਆ। ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਭਲਿਆ ਉਹ ਜਿਹੜੇ ਪਰਿੰਦੇ ਭਾਵ ਪੰਛੀ ਹਨ, ਦਰਖਤ ਆਬ ਆਸ ਕਰ, ਦਰਖਤਾਂ ਦੇ ਲੱਗੇ ਫਲ ਖਾ ਕੇ ਔਰ ਆਬ ਪਾਣੀ ਦਰਿਆ 'ਚੋਂ ਪੀ ਕੇ ਸਮਾਂ ਲੰਘਾ ਲੈਂਦੇ ਆ। ਕਹੋ ਸਤਿਨਾਮ ਸ੍ਰੀ। ਇਹਨਾਂ ਨੂੰ ਦੋ ਹੀ ਚੀਜ਼ਾਂ ਦੀ ਲੋੜ ਹੈ। ਬੰਦਾ ਤਾਂ ਬਹੁਤ ਕੁਝ ਇਕੱਠਾ ਕਰ ਰਿਹਾ ਹੈ, ਪੰਛੀ ਨੂੰ ਕੇਵਲ ਭੋਜਨ ਅਤੇ ਪਾਣੀ ਦੀ ਲੋੜ ਹੈ, ਅਤੇ ਉਹ ਇਕੱਠਾ ਕਰਕੇ ਨਹੀਂ ਰੱਖਦਾ, ਉਹਨੂੰ ਮਿਲ ਹੀ ਜਾਂਦਾ ਹੈ। ਦਰਖਤ ਆਬ ਆਸ ਕਰ, ਤਾਂ ਉਹ ਦਰਖਤਾਂ ਦੇ ਬਿਰਛਾਂ ਦੇ ਫਲ ਖਾ ਕੇ ਸਬਰ ਰੱਖ ਲੈਂਦੇ ਹੈ, ਪਾਣੀ ਪੀ ਕੇ ਸਬਰ ਕਰ ਲੈਂਦੇ ਹੈ। ਪ੍ਰੀਤਮ ਜੀ ਨੇ ਇੱਕ ਬਚਨ ਇਸ ਵਿਸ਼ੇ 'ਤੇ ਹੋਰ ਲਿਖਿਆ ਬਾਣੀ ਵਿੱਚ। ਪਾਤਸ਼ਾਹ ਜੀ ਕਹਿੰਦੇ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਉਹ ਜੰਗਲਾਂ ਵਿੱਚੋਂ, ਰਖੜਾਂ ਵਿੱਚੋਂ, ਧਰਤੀ ਤੋਂ ਗੁਰੂ ਪਿਆਰਿਓ ਦਾਣੇ ਚੁਗਦੇ ਹੋਏ ਕੱਕਰ ਦਾਣੇ ਨੂੰ ਕਿਹਾ। ਇੱਥੇ ਕੱਕਰ ਵੈਸੇ ਆਪਾਂ ਰੋਡ ਨੂੰ ਕਹਿੰਦੇ ਆ, ਉੱਥੇ ਕੱਕਰ ਦਾਣੇ ਨੂੰ ਕਿਹਾ। ਦਾਣੇ ਚੁਗਦੇ ਹੋਏ ਵੀ ਰੱਬ ਨੂੰ ਯਾਦ ਕਰਦੇ ਆ। ਪਾਤਸ਼ਾਹ ਜੀ ਕਹਿੰਦੇ, ਜਿੰਨੇ ਵੀ ਮੈਂ ਦੇਖ ਰਿਹਾ ਹਾਂ, ਚਿੜੀ ਚੌਹਕੀ ਪਉ ਫੁੱਟੀ ਵਗਣ ਬਹੁਤ ਤਰੰਗ। ਅੰਮ੍ਰਿਤ ਵੇਲਾ ਜਦ ਹੁੰਦਾ ਹੈ, ਚਿੜੀਆਂ ਵੀ ਚੌਹਕਦੀਆਂ। ਜੇ ਚੌਕਣਾ ਕਹਿ ਦਈਏ ਨਾ, ਉਹ ਤਾਂ ਰੋਣਾ ਹੁੰਦਾ, ਚੌਕਣਾ ਹੁੰਦਾ ਬੋਲਣਾ ਪਿਆਰ ਦੇ ਵਿੱਚ। ਅਤੇ ਭਗਤ ਬਾਬਾ ਫਰੀਦ ਜੀ ਵੀ ਤਪੱਸਿਆ ਕਰਦੇ ਆ ਜੰਗਲ ਵਿੱਚ ਬੈਠ ਕੇ, ਅਤੇ ਉਸ ਦਰੱਖਤ ਦੇ ਉੱਤੇ ਪੰਛੀ ਵੀ ਬੈਠੇ ਆ, ਅਤੇ ਉਹ ਵੀ ਚਹਿਕਣ ਲੱਗੇ। ਉਹ ਵੀ ਆਪਣੀ ਬੋਲੀ ਵੀ ਚੀਂ ਚੀਂ ਟੀ ਟੀ ਕਰਨ ਲੱਗੇ। ਅਤੇ ਬਾਬੇ ਨੇ ਸੋਚਿਆ ਵੀ ਸ਼ਾਇਦ ਮੈਨੂੰ ਡਿਸਟਰਬ ਕਰਦੇ ਆ, ਕਹਿੰਦਾ ਮਰ ਜਾਓ ਪਰੇ। ਉਹ ਡਿੱਗ ਪਈਆਂ ਦਾੜ ਕਰਕੇ ਥੱਲੇ। ਕਹੋ ਸਤਿਨਾਮ ਸ੍ਰੀ। ਫਿਰ ਮਨ 'ਚ ਖਿਆਲ ਹੋਇਆ ਵੀ ਇਹ ਤਾਂ ਯਾਰ ਕੰਮ ਖਰਾਬ ਹੋ ਗਿਆ।
ये तो पाप हो गया, इन्नियां चिड़ियाँ मैथों मर गईयां, जे मैथों मरीਆਂ तो उड़ जाओ, वो उड़ गईयां। फिर मन च हंकार हो गया, वो यहाँ तो मेरी भगती पूरी हो गई, मेरी जबान दे विच बचन सत्त होण लग पे। घर नूं चल पे, रस्ते विच तुरे आउंदे आ, ये खूह तो एक बीबी पानी भर रही है, डोल रही है, डोलू भरदी है, बाल्टी भरदी है, खूह चों कढ़दी है, डोलदी है, कढ़दी है, डोलदी है। पानी नूं वेख के प्यास चमकी ते बाबा फरीद कोल चलिया गया, कहना भैन थोड़ा पानी पिया दे। पर वो बीबी ने ये वाली ध्यान नहीं दिता, डोलू भरदी है, डोलदी है, डोलू भरदी है, डोलदी है। इन्हें फिर कहा बीबी डोली भी जानी है, भोरा मैनू पिया दे। वो कहती एवें डोली जाती, मेरी भैन के घर नूं अग लगी है, पानी उत्थे जा रहा है, ये फरीद दियां चिड़ियां नहीं, कदे मर जाओ कदे ज्यों पो। बाबा फरीद हैरान हो गया अपनी भगती नूं लैके भी मैं पता नहीं कित्थे गल कीती आ, ते ये बीबी नूं इत्थे किवें पता लग गया। असलों परमेश्वर ही इस्त्री का रूप धार के इहनूं ज्ञान देण आया सीगा, बई तूं उदां तपस्या बहुत कर ली है, 36 साल तेरी तपस्या हो गई आ, पर तू हजे गुरु वाला नहीं बनियागा। कहन लग्या बीबी तैनूं किवें पता लग्या मैं फरीद ने चिड़ियाँ मारियां जिउंदियां कीतियां। कहंदी ये तो कोई खास गल नहीं हैगी, क्योंकि उसदा हंकार दूर करना सी ना, भी किते इत्थे ना खड़ जे भगत, इनू होर अगे लैके जाना। परमेश्वर नूं हंकार पाउंदा नहीं, जिहड़ा परमेश्वर दे राह ते चलदा है, नानक निर्गुण गुण करे, गुणवंतियां गुण दे, उन्हां नूं होर भी अगे लैके जांदा। हर जू हंकार ना भावी बेदकूक सुनावे। इस करके वो चाहुंदे सी कि फरीद होर अगे चले, इस्त्री का रूप धार के आ गए। पुछया तैनूं किवें पता लग्या? कहंदी मैं अपने पति की सेवा दे विचों ये खटिया। अद्धी रात का समय, मेरा पति सुता सुता कहन लगे पानी पीना सी। मैं उठ के पानी का छन्ना लियांदा, आउंदियां फिर सौ गया। मैं सोचिया जगाया तो नींद खराब हो जूगी, चलो मना खड़ी रह, जो दोबारे मंगूगा कह देंगे लो। घंटा खड़ी रही गुरु प्यारो, फिर किते फील हुई अंदरों प्यास सुते पे नूं इन्हां पानी पीना सी। वो कहंदी लो जी। वो हैरान होया भी एकदम किवें आ गई, क्योंकि वो तो सुता पिया सी पहलां, तूं एडी छेती किवें आ गई? कहंदी मैं तो घंटे दी खड़ी हाँ, तुसीं पहलां भी पानी मंगिया सीगा, मैं लैके तुसीं सौ गए, मैं सोचा चल जो दोबारे मंगणगे फिर दे देंगे। बस इन्नी गल सुन के उन्हें मेरे वाल खुश होकर देखिया है, तो सारियां ताकतां मेरे च आ गईयां इहो जिहियां। कहो सतनाम। बाबा फरीद सेवा करके पाईदा, बंदे नूं गुरु वाला बनना चाहिए पहला, फिर भगती सफल होंदी है। फिर बाबा जाके गुरु वाला बनिया सीगा, जिथे उसने सेवा करदियां होया पानी गर्म करन वास्ते एक बेसवा नूं अपनी अख दा आना कढ के दे आंदा सी। कहो सतनाम सी, अग मचाउण पिछे। खैर सतगुरु पातशाह जी कहंदे भलिओ पंछियां ने किहड़ियां गठड़ियां बन के रखियां होईयां, मैं भुखे ना मर जाइए। उन्हां नूं दरख्तां दे फलां ते और दरियावां दे पानी ते पी के ही सबर करके परमेश्वर ते आस रखते न। देहंद सोए वो केवल ते केवल परमेश्वर ते ही आस रखते हैं कि तू ही सबनों रोजी देण वाला है, रिजक देण वाला है। परमेश्वर पहला भी तू दिंदा सी, हुण भी तू दिंदा है। देहंद सोई सबनों तू ही दिंदा है, देहंद अमल देना। पाक पट्टन के इलाके में पातशाह बेच रहे हैं, तो उतों की बोली है शब्द विच है। कहो सतनाम। जिहड़ी वो समझदा सी उही बोलनी पई ना, जिथे सतगुरु गए जिहो जी बोली उन्होंने लोगों की सीगी, पातशाह उस बोली विच गल कीती। जिवें फारसी का शब्द है, एक तां फारसी बोलनी पई, या कि अर्ज गुफ्तम पेश तो दर गोश कुन करतार, हक्का कबीर करीम तू बेहै परवदगार, दुनिया मुकामे फानी तहकीक दिलदानी, मम सर मुए अजराल गिरफ्तार दिल हेच नादानी। दिल किन्नी नदानी करदा है, इनू ये नहीं पता भी ये वर्गे किन्ने मौत के पंजे च आ गए आ, हजे भी सीधा नहीं चलता। सूदे सूदे रेंग चलो तुम नत्र को धक्का दवई है रे, बारे बूढ़े तरने पहिया सब हु जम लै जई है रे। खैर अगे चलिए। प्रीतम जी कहंदे परंदे न गिराहा जार दरख्त आब आस कर, देहंद सोई सोई भावे नूं कहांगे सोई, जब अर्थ करांगे तो सस्से दे औंकड़ नूं छड्ड के उत्ते होड़ा ला के बोलांगे सोई, भाव ओहो ही सानू रोजी देण वाला है सबनों।
ਤੇ ਜੇ ਕਿਤੇ ਬੰਦੇ ਦੀ ਮਰਜ਼ੀ ਹੁੰਦੀ ਤਾਂ ਗਰੀਬ ਤਾਂ ਭੁੱਖੇ ਹੀ ਮਰ ਜਾਂਦੇ। ਕਹੋ ਸਤਨਾਮ ਸ੍ਰੀ। ਸਭ ਨੂੰ ਰੋਜੀ ਦੇਣ ਵਾਲਾ ਤੂੰ ਹੈ ਦੇਹੰਦ ਸੂਈ। ਪਰ ਥੱਲੇ ਔਂਕੜ ਲਾ ਕੇ ਲਿਖਿਆ ਇਸ ਕਰਕੇ ਕਿ ਜਦ ਰਾਗੀ ਸਿੰਘ ਜਥਾ ਗਾਵੇ ਸ਼ਬਦ ਨੂੰ ਤਾਂ ਫਿਰ ਉਹਨਾਂ ਨੂੰ ਗਲੇ ਦੇ ਵਿੱਚ ਕੋਈ ਦਿੱਕਤ ਨਾ ਆਵੇ। ਅਰਥ ਕਰਨ ਵੇਲੇ ਇਸ ਦੇ ਅਸੀਂ ਜਿਹੜਾ ਹੈ ਗੁਰੂ ਪਿਆਰੋ ਅਰਥ ਨੂੰ ਬਦਲ ਕੇ ਉਸੇ ਸ਼ਬਦ ਵਿੱਚ ਲੈ ਸਕਦੇ ਹਾਂ ਰੂਪ ਵਿੱਚ ਵੀ ਇਹਦਾ ਅਰਥ ਇਹ ਬਣਦਾ ਸੋਈ ਦੇਹੰਦ ਸੋਈ ਉਹ ਹੀ ਦਾਤਾਂ ਦੇਣ ਵਾਲਾ ਪਸ਼ੂਆਂ ਪੰਛੀਆਂ ਨੂੰ। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ ਦੇਹੰਦ ਸੋਈ ਦੇਹੰਦ ਸੋਈ ਇੱਕ ਤੋਈ ਪਹਿਲਾਂ ਵੀ ਤੂੰ ਸੀ ਅੱਜ ਵੀ ਤੂੰ ਹੈ ਮਹੱਲਾ ਪਹਿਲਾ। ਸ਼ੇਖ ਬ੍ਰਹਮ ਜੀ ਨਾਨਕ ਲਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਏ। ਜੋ ਬੰਦੇ ਦੇ ਭਾਗਾਂ ਵਿੱਚ ਲਿਖਿਆ ਉਹਨੂੰ ਕੋਈ ਬਦਲ ਨਹੀਂ ਸਕਦਾ। ਦਾਤ ਹੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਜਿਸ ਨੂੰ ਜਿਹੜੀ ਦਾਤ ਉਹਨੇ ਦੇਣੀ ਹੈ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਦੂਜਾ ਬੰਦਾ ਉਹਨੇ ਦੇ ਹੀ ਦੇਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਪਹੁੰਚੇ ਨਾ? ਪਟਨਾ ਸ਼ਹਿਰ। ਇਸ ਦਾ ਨਾਮ ਪਹਿਲਾਂ ਹੋਰ ਵੀ ਹੋਇਆ। ਤੇ ਉੱਥੇ ਗੁਰੂ ਪਿਆਰਿਓ ਭਾਈ ਮਰਦਾਨਾ ਜਾਂਦੇ ਜਾਂਦੇ ਕਹਿੰਦੇ ਭੁੱਖ ਲੱਗੀ ਆ ਮਹਾਰਾਜ। ਬਾਬਾ ਜੀ ਕਹਿੰਦੇ ਕੋਈ ਨਹੀਂ ਅੱਗੇ ਸ਼ਹਿਰ ਆਉਂਦਾ ਖਵਾਵਾਂਗੇ। ਕਹਿੰਦੇ ਗਾ ਸ਼ਹਿਰ ਕਿਹੜਾ ਆਪਣੀ ਗੰਢ ਕੋਈ ਸੋਨਾ ਬੰਨਿਆ ਹੋਇਆ ਪੈਸੇ ਬੰਨੇ ਹੋਏ ਆ ਵੀ ਜਿਹੜੇ ਪੈਸੇ ਨਾਲ ਖਾ ਲਾਂਗੇ। ਬਾਬਾ ਜੀ ਨੇ ਮਾਰਿਆ ਧਰਤੀ ਠੇਡਾ ਕਹਿੰਦੇ ਚੱਕ ਇਹ ਕੀ ਆ ਦੇਖ ਚੱਕ ਕੇ। ਪਾਤਸ਼ਾਹ ਕਹਿੰਦੇ ਲਾ ਲਾ ਗੰਢ ਬੰਨ ਲਾ ਹੁਣ ਤੂੰ ਇਹਦੇ ਨਾਲ ਹੀ ਖਾਈ। ਪਰਨੇ ਲੜ ਬੰਨਿਆ ਮੋਢੇ ਸਿੱਟ ਲਿਆ। ਪਟਨਾ ਸ਼ਹਿਰ ਦੇ ਵਿੱਚ ਪਹੁੰਚੇ। ਇਹ ਨਾ ਪਹਿਲਾਂ ਪਾਟਲੀ ਪੁੱਤਰ ਵੀ ਰਿਹਾ ਇੱਕ ਰਾਜਧਾਨੀ ਵੀ ਰਿਹਾ ਇਹ ਇਸ ਇਲਾਕੇ ਦੀ। ਰਾਜਧਾਨੀ ਹੋਣ ਕਰਕੇ ਉੱਥੇ ਵੱਡੇ ਵੱਡੇ ਅਮੀਰ ਲੋਕਾਂ ਦੀ ਵਸੋਂ ਵੀ ਰਹੀ ਆ। ਇੱਥੇ ਵੱਡੇ ਵੱਡੇ ਪੰਸਾਰੀ ਅਤੇ ਵੱਡੇ ਵੱਡੇ ਸ਼ਰਾਬ ਵੀ ਸੀਗੇ। ਹੀਰੇ ਜਵਾਹਰਾਤਾਂ ਦਾ ਇੱਥੇ ਵਪਾਰ ਵੀ ਚੱਲਦਾ ਸੀ। ਅਤੇ ਇੱਥੇ ਜੌਹਰੀ ਹੈ ਸਾਲਸਰਾਏ। ਮਰਦਾਨੇ ਨੂੰ ਕਹਿੰਦੇ ਜਾ ਵੇਚਿਆ ਖਾਇਆ ਖਾ ਵੇਚ ਕੇ ਕੁਛ। ਗਿਆ ਪਰਚੂਨ ਵਾਲੀ ਦੁਕਾਨ 'ਤੇ ਭਾਈ ਸਾਹਿਬ ਜੀ ਆ ਵੇਚਣਾ ਸੀਗਾ। ਕੀ ਹੈ ਇਹ ਸੋਹਣਾ ਮਣਕਾ ਜਾ ਵੈਸੇ ਕੀ ਲੈਣਾ? 2 ਸੇਰ ਆਟਾ ਦੇ ਦਿੰਦੇ ਆ ਭਾਈ। ਨਾ ਨਾ ਇਹਦਾ ਨਾਂ ਲਾਲ ਹੈ ਯਾਰ। ਕਹਿੰਦਾ ਪਤਾ ਨਹੀਂ ਮੈਂ ਤਾਂ ਤੱਕੜੀ ਦੇ ਮੁੱਠੇ 'ਤੇ ਬੰਨ੍ਹ ਲੂੰਗਾ ਸੋਹਣਾ ਲੱਗਦਾ। ਕਹਿੰਦਾ ਨਹੀਂ ਇੰਨੇ ਕੁ ਦਾ ਨਹੀਂ ਲਾਲ ਹੈ ਮੈਂ ਸੁਣਿਆ ਕਾਫੀ ਮਹਿੰਗੇ ਹੁੰਦੇ ਆ। ਕਹਿੰਦੇ ਹੋਊਗਾ ਮੈਨੂੰ ਨਹੀਂ ਪਤਾ। ਹੋਰ ਦੁਕਾਨ 'ਤੇ ਗਿਆ ਮਠਿਆਈ ਵਾਲੀ 'ਤੇ ਕਹਿੰਦਾ ਸੋਹਣਾ ਯਾਰ ਮਠਿਆਈ ਦੇ ਦਿੰਦੇ ਆ 5 ਕਿਲੋ। ਕਹਿੰਦਾ ਯਾਰ ਲਾਲ ਆ। ਕਹਿੰਦਾ ਮੈਂ ਨਹੀਂ ਜਾਣਦਾ ਗਾ ਮੇਰੇ ਭਾਅ ਦਾ ਮਣਕਾ ਹੀ ਹੈ ਇਹ। ਮਰਦਾਨਾ ਵਾਪਸ ਮੁੜਿਆ ਕਹਿੰਦੇ ਮਾਰੇ ਕੋਈ ਤਾਂ ਬਸੇਰੀ ਮਠਿਆਈ ਦਿੰਦਾ ਕੋਈ 2 ਸੇਰ ਆਟਾ ਦਿੰਦਾ ਹੁਣ ਕੀ ਕਰੀਏ? ਕਹਿੰਦੇ ਉਹ ਜੌਹਰੀ ਨੂੰ ਵਿਖਾ। ਜੌਹਰੀ ਕਿਹੜਾ ਇੱਥੇ? ਉਹ ਸਾਲਸਰਾਏ ਜੌਹਰੀ ਆ ਕੋਨੂੰ ਮਿਲਾ ਜਾ ਕੇ। ਸਾਲਸਰਾਏ ਜੌਹਰੀ ਦਾ ਘਰ ਪੁੱਛ ਕੇ ਉਹਦੇ ਘਰ ਗਿਆ। ਵਾਰ 'ਚੋਂ ਮਾਜ ਮਾਰੀ ਜੌਹਰੀ ਸਾਹਿਬ। ਉਹਦਾ ਨੌਕਰ ਬਾਹਰ ਆਇਆ ਧਰਕਾ। ਹਾਂ ਭਾਈ। ਮਰਦਾਨਾ ਕਹਿੰਦਾ ਜੀ ਮਾਲ ਵੇਚਣਾ ਸੀਗਾ। ਅੱਛਾ ਆ ਜਾਓ ਅੰਦਰ ਆ ਜਾਓ। ਅੰਦਰ ਲੈ ਗਏ ਜੌਹਰੀ ਨੂੰ ਵਿਖਾਇਆ ਦੇਖੋ ਜੀ। ਜੌਹਰੀ ਚੱਕ ਕੇ ਹੈਰਾਨ ਹੋਇਆ ਕਹਿੰਦਾ ਓਏ ਤੂੰ ਕਿੱਥੋਂ ਲਿਆ ਇਹ? ਕਹਿੰਦਾ ਮੇਰੇ ਮਾਲਕ ਨੇ ਭੇਜਿਆ। ਉਹ ਕਹਿੰਦਾ ਮੈਂ ਇਹਦੇ ਨਾਲ ਦਾ ਲਾਲ ਪਹਿਲਾਂ ਕਦੇ ਵੇਖਿਆ ਨਹੀਂ ਗਾ। ਮਰਦਾਨਾ ਹੈਰਾਨ ਹੋ ਗਿਆ ਵੀ ਇਹ ਬੰਦਾ ਹੈਰਾਨ ਹੋ ਰਿਹਾ। ਉਹ ਜਿਨ੍ਹਾਂ ਦੀ ਨਜ਼ਰ ਕੰਮ ਨਹੀਂ ਕਰਦੀ ਉਹਨਾਂ ਨੂੰ ਇਹ ਲਾਲ ਇਹ ਗੁਰਬਾਣੀ ਦਿਸਦੀ। ਉਹਨਾਂ ਦੀ ਨਜ਼ਰ ਕੰਮ ਨਹੀਂ ਕਰਦੀ। ਜਿਨ੍ਹਾਂ ਦੀ ਕੰਮ ਕਰਦੀ ਆ ਉਹਨਾਂ ਨੂੰ ਇਹ ਗੁਰਬਾਣੀ ਲਾਲ ਦਿਸਦੀ ਆ। ਕਹੋ ਸਤਨਾਮ ਸ੍ਰੀ। ਖੈਰ ਜੌਹਰੀ ਵੇਖ ਕੇ ਉੱਤੇ ਪੜ੍ਹਿਆ ਕੀ ਲਿਖਿਆ ਹੈ? ਜਿਹੜਾ ਇਸ ਲਾਲ ਦੇ ਦਰਸ਼ਨ ਕਰੇ ਪਹਿਲਾਂ ਦਰਸ਼ਨੀ ਭੇਟਾ 125 ਰੁਪਈਆ ਦੇਵੇ ਫਿਰ ਇਹਦਾ ਮੁੱਲ ਪਾਵੇ। ਉਹਨੇ ਚੱਕ ਕੇ 125 ਦੀ ਥੈਲੀ ਮੂਹਰੇ ਰੱਖਤੀ। ਕਹਿੰਦੇ ਲੈ ਭਾਈ। ਕਹਿੰਦੇ ਜੀ ਇੰਨੇ ਪੈਸੇ? ਮਰਦਾਨੇ ਨੂੰ ਵਿਚਾਰੇ ਨੂੰ ਵੀ ਨਹੀਂ ਪਤਾ ਹਜੇ ਤੱਕ ਵੀ ਕਿੰਨਾ ਕੀਮਤੀ ਹੈ ਇਹ। ਕਹਿੰਦਾ ਜੀ ਇੰਨੇ ਪੈਸਿਆਂ ਦਾ? ਕਹਿੰਦੇ ਨਹੀਂ ਨਹੀਂ ਇਹ ਤਾਂ ਦਰਸ਼ਨੀ ਭੇਟਾ ਹੀ ਆ। ਤੁਸੀਂ ਅਰਦਾਸ ਕਰਾਉਣੇ ਨਾ ਪਾਠੀ ਸਿੰਘ ਨੂੰ ਭੇਟਾ ਦੇ ਦਿੰਦੇ ਹੋ ਅਰਦਾਸ ਭੇਟਾ ਗੋਲਕ 'ਚ ਵੀ ਪਾ ਦਿੰਦੇ ਹੋ ਅਤੇ ਤੁਸੀਂ ਇਹ ਮਤ ਸਮਝਿਓ ਵੀ ਅਸੀਂ ਉਹ ਅਰਦਾਸ ਦਾ ਮੁੱਲ ਦੇਤਾ ਜਾਂ ਗੁਰਬਾਣੀ ਦਾ ਮੁੱਲ ਦੇਤਾ। ਕੋਈ ਸਤਨਾਮ ਸੀ ਇਹਦਾ ਕੋਈ ਮੁੱਲ ਨਹੀਂ ਹੈ।
ਮਰਦਾਨਾ ਕਹਿੰਦਾ ਜੀ ਇੰਨੇ ਪੈਸੇ, ਕਹਿੰਦੇ ਮਰਦਾਨੇ ਆ ਭਾਈ ਇਹ ਇਹਦਾ ਮੁੱਲ ਨਹੀਂ ਹੈਗਾ, ਤੂੰ ਐਂ ਕਰ ਆਪਦੇ ਮਾਲਕ ਨੂੰ ਪੁੱਛ ਕੇ ਆ ਕਿੰਨੇ ਲੈਣੇ ਆ, ਮੈਂ ਉਨੇ ਹੀ ਦੇ ਦੂੰਗਾ। ਇਹ ਤਾਂ ਦਰਸ਼ਨੀ ਭੇਟਾ ਉੱਤੇ ਲਿਖਿਆ ਹੈ। ਜੌਹਰੀ ਵੀ ਇਮਾਨਦਾਰ ਬੰਦਾ ਸੀ, ਧਰਮੀ ਸੀਗਾ। ਮਰਦਾਨਾ ਥੈਲੀ ਚੱਕ ਲਿਆ 125 ਦੀ, ਨਾਲ ਲਾਲ ਵੀ ਮੋੜ ਲਿਆਇਆ ਤੇ ਨਾਲੇ ਹੈਰਾਨ ਹੋਇਆ, ਹੱਸਦਾ ਆਵੇ। ਬਾਬਾ ਕਹਿੰਦੇ ਬੜਾ ਹੱਸਦਾ, ਕਹਿੰਦਾ ਜੀ ਆਹ ਬੰਦਾ ਵਧੀਆ ਮਿਲਿਆ, ਇਹਨੇ ਵੇਖਣ ਦਾ ਹੀ 125 ਦੇਤਾ ਆਪਾਂ ਨੂੰ। ਅੱਛਾ ਕਿੰਨੇ ਪੈਸੇ ਦਿੰਦਾ ਹੋਰ ਲਾਲ ਦੇ? ਕਹਿੰਦਾ ਮੈਨੂੰ ਪਤਾ ਨਹੀਂ ਕਿੰਨੇ ਦਾ, ਤੇਰੇ ਮਾਲਕ ਨੂੰ ਪੁੱਛਿਆ, ਜਿੰਨੇ ਮੰਗੂ ਓਨੇ ਦੇ ਦੂੰਗਾ। ਬਾਬਾ ਜੀ ਕਹਿੰਦੇ ਮੈਨੂੰ ਵੀ ਨਹੀਂ ਪਤਾ ਕਿੰਨੇ ਦਾ ਇਹ। ਕਹੋ ਸਤਨਾਮ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨਹੀਂ ਪਤਾ ਕਿੰਨੇ ਦਾ, ਉਹਨੂੰ ਪੁੱਛ, ਵੱਡਾ ਚੌਧਰੀ ਬਣਿਆ ਫਿਰਦਾ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿੰਨੇ ਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨਹੀਂ ਪਤਾ ਕਿੰਨੇ ਦਾ। ਤੀਜੀ ਚੌਥੀ ਵਾਰ ਮਰਦਾਨਾ ਜਦ ਮੁੜ ਕੇ ਆਇਆ, ਬਾਬਾ ਜੀ ਕਹਿੰਦੇ ਇਹ ਪਰਮੇਸ਼ਰ ਦਾ ਨਾਮ ਆ ਓਏ, ਇਹ ਜੀਵ ਦੇ ਨਾਲ ਜਾਣ ਵਾਲੀ ਚੀਜ਼ ਆ, ਵੇਚਣਾ? ਕਹਿੰਦਾ ਫੇਰ ਨਹੀਂ ਮੈਂ ਵੇਚਦਾ। ਕਹਿੰਦੇ ਨਹੀਂ ਵੇਚਦਾ ਤਾਂ ਉਹਦੇ ਪੈਸੇ ਮੋੜ ਕੇ ਆ, ਥੈਲੀ ਵਾਲੇ 125 ਰੁਪਈਆ। ਉਹ ਮਰਦਾਨਾ ਜੀ ਉਹਨੂੰ ਮੋੜਨਗੇ, ਥੈਲੀ ਚੱਕ ਪਈ ਆਪਦੀ, ਪੈਸੇ ਅਸੀਂ ਮਾਲ ਵੇਚਣਾ ਨਹੀਂ। ਉਹ ਕਹਿੰਦਾ ਮੈਂ ਇਹ ਥੈਲੀ ਵਾਪਸ ਲੈਣੀ ਨਹੀਂ, ਕਿਉਂਕਿ ਮੈਂ ਦਰਸ਼ਨ ਕੀਤੇ ਆ, ਦਰਸ਼ਨੀ ਭੇਟਾ ਦਿੱਤੀ ਆ। ਉਹ ਕਹੇ ਮੈਨੂੰ ਮੇਰਾ ਮਾਲਕ ਰੱਖਣ ਨਹੀਂ ਦਿੰਦਾ ਬਾਬਾ ਨਾਨਕ, ਉਹ ਕਹੇ ਮੈਂ ਨਹੀਂ ਰੱਖਣੀ। ਅਖੀਰ 7ਵਾਂ ਗੇੜੇ ਮਰਦਾਨਾ ਥੈਲੀ ਸਿੱਟ ਕੇ ਵਿਹੜੇ ਵਿੱਚ ਭੱਜਿਆ ਆ। ਕਹੋ ਸਤਨਾਮ ਸੀ। ਸਾਲਸਰਾ ਕਹਿੰਦਾ ਜਾ ਧਰਖਿਆ ਮਗਰ ਜਾ ਭੱਜ ਕੇ, ਇਹ ਵੱਡੇ ਸਰਾਫ ਕੌਣ ਹੈ, ਆਪਾਂ ਦਰਸ਼ਨ ਤਾਂ ਕਰੀਏ। ਐਡੇ ਵੱਡੇ ਵੱਡੇ ਲਾਲ ਲਈ ਫਿਰਦੇ ਆ। ਅਧਰਕਾ ਮਗਰ ਆਇਆ, ਪਾਤਸ਼ਾਹ ਨੂੰ ਰੋਕਿਆ। ਮਗਰੋਂ ਸਾਲਸਰਾ ਇਹ ਫਲ ਫਰੂਟ ਭੋਜਨ ਲੈ ਕੇ ਆਇਆ, ਖਾਣ ਪੀਣ ਵਾਸਤੇ ਲਿਆ ਕੇ ਮੱਥਾ ਟੇਕਦਾ। ਗੱਲਾਂ ਬਾਤਾਂ ਚੱਲੀਆਂ। ਸਾਲਸਰਾ ਕਹਿੰਦਾ ਮਹਾਰਾਜ ਇਹ ਲਾਲ ਕੈਸਾ ਲਾਲ ਹੈ, ਕਿੰਨੇ ਕੁ ਦਾ ਹੈ? ਪਾਤਸ਼ਾਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਜੌਹਰੀ ਕਹਿੰਦਾ ਜੀ ਮੈਨੂੰ ਵੀ ਨਹੀਂ ਪਤਾ। ਇਹ ਵੇਖਦਿਆਂ ਹੀ ਅਧਰਕੇ ਨੇ ਪਹਿਲਾਂ ਮੱਥਾ ਟੇਕਤਾ ਬਾਬੇ ਨਾਨਕ ਨੂੰ। ਕਹਿੰਦੇ ਤੁਸੀਂ ਕੋਈ ਜੌਹਰੀ ਨਹੀਂ, ਮੈਨੂੰ ਤਾਂ ਰੱਬ ਦੇ ਰੂਪ ਹੀ ਦਿਸਦੇ ਹੋ। ਕਹੋ ਸਤਨਾਮ ਸੀ। ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਤੇ ਉਹਨੂੰ ਬ੍ਰਹਮ ਗਿਆਨ ਕਰਾਤਾ। ਅਧਰਕੇ ਨੂੰ, ਨੌਕਰ ਨੂੰ ਪਹਿਲਾਂ ਕਰਾਤਾ। ਮੈਂ ਗੱਲ ਕੀਤੀ ਸੀ, ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੈ ਕੋਏ, ਕਲਾ ਧਰੈ ਹਿਰੈ ਸੂਈ। ਕਲਾ ਧਰੀ ਸਾਡੇ ਵਿੱਚ ਜਾਨ ਪਾਤੀ, ਹਿਰੈ ਜਾਨ ਕੱਢ ਲਈ। ਇਹ ਉਹੋ ਹੀ ਆ, ਜਾਨ ਦੇਣ ਵਾਲਾ ਤੇ ਜਾਨ ਕੱਢਣ ਵਾਲਾ ਵੀ। ਕਹੋ ਸਤਨਾਮ ਸੀ। ਸੋਈ ਦਾ ਫਿਰ ਅਰਥ ਕਰਾਂਗੇ, ਸੋਈ ਉਹੋ ਹੀ। ਕਲਾ ਧਰੈ ਆ ਬੋਲੀ ਜਾਂਦੇ ਆ, ਕਲਾ ਧਰਤੀ। ਹਿਰੈ ਜਿਹਦੇ ਕਲਾ ਖਿੱਚ ਲਈ, ਬੋਲਣਾ ਬੰਦ ਹੋ ਜਾਊਗਾ। ਕਹੋ ਸਤਨਾਮ ਸੀ। ਕਲਾ ਧਰੈ ਹਿਰੈ ਸੂਈ। ਅਧਰਕੇ ਸਿਰ ਤੇ ਹੱਥ ਰੱਖਤਾ। ਅਧਰਕੇ ਨੂੰ ਬ੍ਰਹਮ ਗਿਆਨ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਤੈਥੋਂ ਪਹਿਲਾਂ ਤੇਰੇ ਨੌਕਰ ਨੇ ਗੱਲ ਪਾ ਲਈ ਹੈ, ਇਹ ਸਮਝ ਆ ਗਈ ਇਸ ਨੂੰ, ਤੈਨੂੰ ਹਜੇ ਤੱਕ ਸਮਝ ਨਹੀਂ ਆਈ। ਕਹਿੰਦਾ ਜੀ ਮੇਰੇ 'ਤੇ ਵੀ ਕਿਰਪਾ ਕਰੋ। ਅਸਲ ਵਿੱਚ ਇਹ ਮੇਰਾ ਨੌਕਰ ਸਾਧੂਆਂ ਦਾ ਸੰਗੀ ਹੈ। ਇਹ ਜਦੋਂ ਕੋਈ ਮਹਾਂਪੁਰਸ਼ ਆਉਂਦਾ ਨਾ, ਉਹਨੇ ਸਤਸੰਗ ਕਰਦਾ, ਇਸ ਕਰਕੇ ਇਹਨੂੰ ਗਿਆਨ ਹੋ ਗਿਆ। ਮੇਰੇ 'ਤੇ ਵੀ ਕਿਰਪਾ ਕਰੋ। ਪਾਤਸ਼ਾਹ ਦੇ ਕੋਲੇ 2.5 ਗਜ ਦਾ ਇੱਕ ਪਰਨਾ ਸੀਗਾ ਤੇ ਪਾਤਸ਼ਾਹ ਜੀ ਨੇ ਉਹ ਖੱਦਰ ਦਾ ਪਰਨਾ ਗਲ 'ਚੋਂ ਕੱਢਿਆ। ਕਹਿੰਦੇ ਆ ਫੜ ਸਿਰ 'ਤੇ ਬੰਨ੍ਹ। ਜਦੋਂ ਉਹਨੇ ਸਿਰ 'ਤੇ ਬੰਨਿਆ, ਉਹਨੂੰ ਵੀ ਗਿਆਨ ਹੋ ਗਿਆ। ਕਹੋ ਸਤਨਾਮ ਸੀ। ਪਾਤਸ਼ਾਹ ਕਹਿੰਦੇ ਐਂ ਕਰੋ, ਹੁਣ ਤੁਸੀਂ ਦੋਨਾਂ ਨੇ ਇੱਥੇ ਪ੍ਰਚਾਰ ਕਰਨਾ ਹੈ। ਵੈਸੇ ਤੇਰਾ ਨੌਕਰ ਹੈ, ਤੂੰ ਮਾਲਕ ਆ। ਦੁਨਿਆਵੀ ਤੌਰ 'ਤੇ ਮੈਂ ਤੈਨੂੰ ਗੱਦੀ ਨਹੀਂ ਦਿੰਦਾ, ਵੈਸੇ ਦੁਨਿਆਵੀ ਤੌਰ ਤੂੰ ਮਾਲਕ ਬਣਦਾ, ਪਰ ਮੈਂ ਅਧਿਆਤਮਕ ਤੌਰ 'ਤੇ ਇਸ ਅਧਰਕੇ ਦੀ ਡਿਊਟੀ ਲਾਉਣਾ ਬਈ ਤੂੰ ਜਿਹੜਾ ਹੈ ਜਿੰਨਾ ਚਿਰ ਤੇਰੀ ਉਮਰ ਹੈ ਇੱਥੇ ਸਤਨਾਮ ਦਾ ਪ੍ਰਚਾਰ ਕਰ, ਨਾਮ ਦਾ ਲਾਲ ਦਾ ਪ੍ਰਚਾਰ ਕਰ। ਸੁਣ ਸਾਲਸ ਤੂੰ ਜੌਹਰੀ ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬਨ, ਲੀਜਾ ਭਲੇ ਸਿਆਣ, ਕੰਕਰ ਪੱਥਰ ਮੇਲ ਕੇ ਨਾਮ ਧਰਾਇਓ ਸ਼ਾਹੋ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਸਤਿਗੁਰਾਂ ਨੇ ਉੱਥੇ ਫਿਰ ਦਾਤ ਪਹਿਲਾਂ ਅਧਰਕੇ ਨੂੰ ਦਿੱਤੀ ਤੇ ਉਹ ਕਹਿਣ ਲੱਗੀ ਦੁਨੀਆ ਕਹੂਗੀ ਵੀ ਨੌਕਰ ਜਿਹੜਾ ਸੀਗਾ ਉਸ ਨੂੰ ਮਾਲਕ ਮੱਥੇ ਟੇਕਦਾ। ਕਹਿੰਦੇ ਗੱਲ ਤੇਰੀ ਸਹੀ ਆ, ਚੱਲ ਫਿਰ ਗੱਲ ਸੁਣ ਲਾ, ਤੇਰੀ ਉਮਰ 2 ਸਾਲ ਰਹਿ ਗਈ। ਜੌਹਰੀ ਨੂੰ ਕਹਿੰਦੇ 2 ਸਾਲ ਤੂੰ ਗੱਦੀ 'ਤੇ ਬੈਠ ਕੇ ਪ੍ਰਚਾਰ ਕਰ ਸਿੱਖੀ ਦਾ, ਤੇ 2 ਸਾਲਾਂ ਤੋਂ ਬਾਅਦ ਇਹ ਗੱਦੀ ਅਧਰਕੇ ਨੂੰ ਦੇਣੀ ਆ, ਹੋਰ ਨਹੀਂ ਕਿਸੇ ਨੂੰ ਦੇਣੀ। ਕਹੋ ਸਤਨਾਮ ਸ੍ਰੀ। ਤੇਰਾ ਮਾਣ ਰੱਖਦੇ ਆ ਕਿਉਂਕਿ ਤੂੰ ਚੱਲ ਮਾਲਕ ਆ ਇਸ ਦਾ। ਖੈਰ ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕਾ ਕੋਏ, ਕਲਾ ਧਰੈ ਸਾਡੇ ਵਿੱਚ ਜਾਨ ਰੱਖਦਾ, ਹਿਰੈ ਕੱਢ ਲੈਂਦਾ ਹੈ।
ज्यों बुलावै त्यों बोला स्वामी, जै भेजे तै जावां, सब नगरी मैं एको राजा, सवे पवे तै थावां। ये उहदे हुक्म अंदर ही दुनिया तुरी फिरदी है। जिथे किसी नूं लै जांदा है, जिवें एक वारी नगर निवासियों ने बड़ी सेवा की, पातशाह कहते उजड़ जाओ, दूजे पिंड गए, कहते जाओ जी जाओ, गांह जाओ, साडे पिंड सारा की लोड़ नहीं पखंडियां दी, चल मरदानिया चलीए, वसदे रहो तुसीं, वसदे रहो। गांह जाके मरदाना कहना जी चंगी कीती। वो बेचारियां ने जल पानी छकाया, सेवा की, उन्होंने कहता उजड़ जाओ, तो इन्होंने सानू पिंड में खड़ नहीं दिता, इन्होंने कहता वसदे रहो। कहने मरदाने आए तो इत्थे बैठे ही चंगे आ, ये किते होर जाणगे, लोकां नूं भी आपदे वांगू पुकार देणगे। हाँ वो किते जाणगे, 100 घर है, 100 पिंडां विच चलिया गया तो 100 पिंडां नूं सीधे रस्ते पा सकदे आ। बाबे नानक दा बचन भी ऐसा, उजड़ जाओ तो वसदे रहो। खैर कला धरै हिरै सोई, वो परमेश्वर ही सब दे विच कला रखदा है, ते जदों समा आउंदा खिच लैंदा है। एक तोई बस एक तो ही हमेशा रहन वाला है। पौड़ी तो परमेश्वर दे इस हुक्म नूं किहने जाणिया, समाप्ति वल होईए। सच्चा तेरा हुक्म गुरमुख जाणिया, जिहड़े गुरु वाले बने उन्हां ने परमेश्वर नूं समझिया। गुरमति आप गवाए सच पछाणिया, उन्हां ने गुरु की मत लैके, गुरु की मत नूं ग्रहण करके अपने हंकार नूं गवा के असलीयत नूं पछाणिया कि पालन वाला कोई होर है, साडा तां एवें हंकार है। बीबी रजनी दा बाप, 7 भैणां, 6 कुड़ियां कहनियां साडा बापू लियाउंदा कमाई करके। 7 मिले कहे नहीं, बापू की कोई ताकत नहीं, जे रब कला ना देवे कहो सतनाम श्री। तो खैर कहानी सारी तुसीं जाणदे हो, आपां समाप्ति वाल चलीए। गुरमति आप गवाए सच पछाणिया, गुरु की मत लैके सच नूं पछाणिया, हंकार नूं छड्डिया। सच तेरा दरबार शब्द निशाणिया, तेरा दरबार सच्चा है, ते तेरे दरबार दे विच पातशाह जी कहंदे तेरा शब्द ही चलदा है। शब्द दा निशान जदों स्कूलों च पढ़दे सी ना, तो उत्थे लक्कड़ दे 2-3 गुटके जे रखे हुंदे सीगे, उहनूं कहंदे सी पास। जे घर दे विच क्लास च एक बच्चे ने बाहर जाना 1-2 नंबर, तो बई ये पास लैके जा, तो जिन्ना चिर पास वापस नहीं हुआ दूजा बच्चा नहीं जा सकता सी। तो परमेश्वर का शब्द जिहड़ा है साडा पास है दरगाह विच जाण वास्ते। जे साडे कोले पास होवे तो सानू कोई बुला नहीं सकता, ये निशानी है उस दे दरबार में जाण वास्ते। किहड़ी निशानी है? वाहिगुरु गुरमंत्र है जप हूँ मैं खोई, ये पास है उहदे घरे जाण दा। प्रीतम जी कहंदे सच तेरा दरबार शब्द निशानिया, जिन्हां ने ये शब्द का पास ले लिया। पातशाह जी कहंदे जिन्हां दे कोल ये उपदेश आ गया, अगे कहंदे सच्चा शब्द विचार सच समाणिया, वो नाम का पास लैके परमेश्वर विच मिल गए। इन्नी गल गुरमुखां दी, थोड़ी जी मनमुखां दी भी कीती आखिर ते। मनमुख सदा कुड़ियार भरम भुलाणिया, जिहड़े मन मर्जी करदे आ भटकदे रहिंदे आ, जिहड़े झूठ नाल जुड़े हुए आ सच नूं छड्ड के भटकदे रहिंदे आ। विष्टां अंदर वास, वो गंदगी दे कीड़े बनदे आ, भाव टेढ़ियां जूनां विच पै जांदे आ, उत्थे वसदे आ। माड़ियां थावां ते जूए शराब दे अड्डियां ते जांदे आ, उन्हां नूं कहंदे आ गंदगी दे कीड़े। विष्टा अंदर वास साधना जाणिया, उन्होंने की शब्द का स्वाद आऊगा, भाव उन्होंने गुरबाणी का रस कित्थों आ सकता है? जिन्हों ने गंदगी खानी है, गंदे अड्डियां ते जाना, को सतनाम श्री। विष्टा अंदर वास साधना जाणिया, बिन आवे दुख पाए आवण जाणिया। नाम तो बगैर वो दुखी हन, नानक पारखू आप जिन खोटा खरा पछाणिया। ते परमेश्वर पारखू है, खरे खजाने पाईन खोटे सिटियन, बाहर बाहर खरियां नूं आपदे विच मिला लैंदा ते खोटियां नूं चला के फिर ए संसार रूपी दरगाह विच सिट दिंदा। इसी पवित्र शब्द परमेश्वर दी होर सिफत करदे। अगले शब्द विच कहंदे आ, सलोक महला पहला, सीहां बाजां चरगां कोहियां इन्हां खवाले घा खान ते नमाज खवाले। ये चलाए रहा परमेश्वर दे होर गल दसदे है बई परमेश्वर की कर सकदा। जिहड़े मांस खांदे आ उन्हां नूं घा खाण ना देवे, जिहड़े घा खांदे आ उन्हां नूं मांस खाण ला देवे। कहो सतनाम। कमाल की गल है। ये शब्द फिर सरवण करांगे, इत्थे रोकण की आग्या बख्शो।
ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।